प्रोफेसर जगमोहन सिंह दे नाल गलबात कीती है साडे सहयोगी अर्शदीप संधू ने। कि सिमरजीत सिंह मान होना नूं चंगी तरह मतलब इतिहास नूं देख लेना चाहिए, दलीलां ना घट। मैं नहीं कह रहा ਉਹਦਾ रिकॉर्डेड है, ਉਹਨੂੰ ਇਹ ਮਿਹਨਤ ਨਹੀਂ ਕਰ ਰਿਹਾ ਵੀ ਮੈਂ ਤੈਨੂੰ ਸ਼ਾਂਤ ਕਰਨਾ ਹੈ। ਉਹ ਕਹਿੰਦਾ ਜਿੱਦਾਂ 1857 ਵਿੱਚ ਅਸੀਂ ਸਿੱਖਾਂ ਨੇ ਨਿਕਲਸਨ ਨੂੰ ਸਿੱਖ ਬਣਾਇਆ ਸੀ, ਮੈਂ ਤੈਨੂੰ ਇਹ ਮਾਣ ਦੇਣਾ ਚਾਹੁੰਦਾ ਕਿ ਤੂੰ ਸਿੱਖ ਬਣ ਜਾ। ਮੈਂ ਉਹਨਾਂ ਨੂੰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਉਹਦੇ ਤੇ ਲਿਆਉਣਾ ਚਾਹੁੰਦਾ ਜਿਹੜਾ ਸਰਾਏ ਨਾਗਾ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੇ ਜਨਮ ਸਥਾਨ ਤੇ ਇਹਨਾਂ ਨੇ 200 ਗੋਲੀ ਚਲਾਈ ਗੁਰਦੁਆਰੇ ਦੇ ਉੱਤੇ। ਉਹ ਮਤਲਬ ਬੇਅਦਬੀ ਨਹੀਂ ਸੀਗੀ। ਉਹ ਸਿੱਖ ਔਰ ਜਿਹੜੇ ਸਿੱਖ ਨਿਹੰਗ ਜਿਹੜੇ ਨੇ ਉਹ ਤੇ ਮੰਨੇ ਹੋਏ ਸਿੱਖ ਨੇ ਨਾ, ਸਿੱਖਾਂ ਦਾ ਇੱਕ ਪਰ ਮੰਨਿਆ ਹੋਇਆ ਹੈ, ਉਹਨਾਂ ਦਾ ਆਪਣਾ ਤਰੀਕਾ ਹੋਵੇ, ਲੇਕਿਨ ਤੁਸੀਂ ਉਹਨਾਂ ਨੂੰ ਫੜ ਕੇ ਆਪਣੇ ਹੱਥ ਨਾਲ ਮਤਲਬ ਉਹਨਾਂ ਨੂੰ ਸ਼ਾਦੀ ਦੇਣ ਤੋਂ ਬਾਅਦ ਮਾਰਿਆ। ਔਰ ਫਿਰ ਜਦੋਂ ਗੁਰਤੇਗ ਸਿੰਘ ਉਹਨਾਂ ਨੂੰ ਪੁੱਛਿਆ, ਉਹਨਾਂ ਦਾ ਆਪਣਾ ਰਿਕਾਰਡ ਹੈ, ਮੈਂ ਨਹੀਂ ਕਹਿ, ਉਹ ਕਹਿੰਦੇ ਮੈਨੂੰ ਮਿਲ ਗਿਆ ਸੈਕਟਰੀਏਟ 'ਚ। ਮੈਂ ਕਿਹਾ ਯਾਰ ਤੂੰ ਇਹ ਕੀ ਕੀਤਾ ਉੱਥੇ? 1 ਸਾਲ ਤੋਂ ਬਾਅਦ ਦੀ ਗੱਲ ਹੈ। ਉਹ ਕਹਿੰਦੇ ਮੈਂ ਫੌਜਾਂ ਦਾ ਜਰਨੈਲ ਸੀ, ਮੇਰਾ ਸਿਪਾਹੀ ਮਰਿਆ ਪਿਆ ਹੋਵੇ ਤੇ ਮੈਂ ਬਦਲਾ ਨਾ ਲਵਾਂ। ਮੈਂ ਕਿਹਾ ਇਹ ਐਗਜ਼ੈਕਟਲੀ ਇਹ ਜ਼ੁਬਾਨ ਜਿਹੜੀ ਹੈ ਇਹ ਡਾਇਰ ਦੀ ਜ਼ੁਬਾਨ ਹੈ। ਉਸ ਵੇਲੇ ਤੁਸੀਂ ਕਿਹਦੀ ਸੇਵਾ ਕਰ ਰਹੇ ਸੀ? ਕਿਹੜੇ ਸਿੱਖਾਂ ਦੀ ਸੇਵਾ ਕਰ ਰਹੇ ਸੀ? ਔਰ ਉਹਦੇ ਲਈ ਕਦੀ ਇਹਨਾਂ ਨੇ ਆਪਣੇ ਆਪ ਨੂੰ ਆਪਣੇ ਉਸ ਪਾਪ ਨੂੰ ਮਤਲਬ ਜਿਹੜਾ ਮਤਲਬ ਸਾਡਾ ਮਹਾਨ ਜਗ੍ਹਾ ਹੈਗੀ ਹੈ ਮਤਲਬ ਉੱਥੋਂ ਮੁਆਫੀ ਤਾਂ ਨਹੀਂ ਕਰਵਾਈ। ਪਹਿਲਾਂ ਆਪਣਾ ਧੋ ਲੈਣ, ਫਿਰ ਭਗਤ ਸਿੰਘ ਨਾਲ ਇਹਨਾਂ ਨੂੰ ਭਗਤ ਸਿੰਘ ਵਾਸਤੇ ਡਿਬੇਟ ਵਾਸਤੇ ਕੋਈ ਬੁਲਾ ਨਹੀਂ ਰਿਹਾ। ਮਤਲਬ ਕਿ ਉਸ ਕੇਸ ਸਰਾਏ ਨਾਗਾ ਕੇਸ ਵਿੱਚ ਮੈਨੂੰ ਯਾਦ ਹੈ, ਮੈਂ ਅਜੇ ਕਿਉਂਕਿ ਮੇਰੇ ਕੋਲ ਜਿਹੜਾ ਪ੍ਰੂਫ ਨਹੀਂ, ਮੈਂ ਉਹਦੀ ਬਹੁਤ ਵੱਡੀ ਗੱਲ ਨਹੀਂ ਕਰਦਾ, ਲੇਕਿਨ ਇਹ ਮੈਨੂੰ ਪੱਕਾ ਪਤਾ ਹੈ ਕਿ ਇਹਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਦੇ ਮਾਰਨ ਵਾਲੇ ਸੀਗੇ ਉਹਨਾਂ ਨੂੰ ਸਜ਼ਾਵਾਂ ਹਾਈ ਕੋਰਟ 'ਚ ਹੋਈਆਂ ਸੀ। ਔਰ ਉਹਦੇ ਵਿੱਚ ਪਬਲਿਕ ਰਿਪੋਰਟ ਵੀ ਉਹਨਾਂ ਨੇ ਐਕਸੈਪਟ ਕੀਤੀ ਸੀ ਵੀ ਹਾਂ ਇਹ ਹੋਇਆ। ਇਹ ਵਿੱਚੋਂ ਬਚੇ ਕਿਵੇਂ ਰਹਿ ਗਏ? ਕਿਉਂਕਿ ਪੁਲਿਸ ਵਿੱਚ ਸੀਗੇ। ਮਤਲਬ ਇਹਨਾਂ ਦੇ ਇਹ ਸਰ ਅਮਰਿੰਦਰ ਸਿੰਘ ਉਹਨਾਂ ਦੇ ਸਾਂਢੂ ਵੀ ਨੇ। ਇਹ ਮਤਲਬ ਨੈਟਵਰਕ ਜਿਹੜੇ ਮਤਲਬ ਵੱਡੇ ਲੋਕ ਨੇ ਉਹਨਾਂ ਦੇ ਨਾਲ ਸਾਂਝਾ ਨੇ। ਤੁਸੀਂ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਕੰਮ ਕਰ ਰਿਹਾ, ਮੈਨੂੰ ਕਿ ਸਰਕਾਰ ਵੱਲੋਂ ਇਹ ਵਿੱਚੋਂ ਨਹੀਂ ਆਏ, ਉਹ ਵੱਖਰੀ, ਲੇਕਿਨ ਅੱਜ ਤੇ ਰਿਕਾਰਡ ਤੇ ਹੈ ਨਾ। ਔਰ BK ਚੰਮ ਹੁਣੀ ਜਿਹੜੇ ਉਸ ਵੇਲੇ ਸੀਨੀਅਰ ਇੰਡੀਅਨ ਐਕਸਪ੍ਰੈਸ ਜਰਨਲਿਸਟ ਸੀਗੇ, ਉਹਨਾਂ ਨੇ ਵੀ ਉਹ ਰਿਕਾਰਡ ਕੀਤਾ। ਮਤਲਬ ਕਿ ਜੇ ਨਹੀਂ ਆਇਆ ਚਰਚਾ 'ਚ ਤਾਂ ਮਤਲਬ ਇਹ ਨਹੀਂ ਹੈ ਕਿ ਇਹ ਬਰੀ ਹੋ ਗਏ ਹੋਏ। ਲੇਕਿਨ ਮੈਨੂੰ ਇਹ ਪਤਾ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਇਹ ਜਿਹੜੀ ਗਲਤੀ ਹੈ ਇਹਦੀ ਮੁਆਫੀ ਕਦੀ ਨਹੀਂ ਮੰਗੀ। ਲੇਕਿਨ ਆ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਤੇ ਜਿਹੜੀ ਇਹਨਾਂ ਨੇ ਗੁਰਦੁਆਰੇ ਦੀ ਮਤਲਬ ਬੇਅਦਬੀ ਕੀਤੀ, ਔਰ ਉੱਥੇ ਮਤਲਬ ਔਰ ਇਨਸਾਨੀਅਤ ਦੀ ਬੇਅਦਬੀ ਕੀਤੀ ਕਿ ਜਦੋਂ ਤੁਸੀਂ ਉਹਨਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਸਰੈਂਡਰ ਕਰ ਦਿਓ, ਅਸੀਂ ਤੁਹਾਨੂੰ ਮਤਲਬ ਕਾਨੂੰਨੀ ਕਾਰਵਾਈ ਕਰਾਂਗੇ, ਤੇ ਇਹ ਕਾਨੂੰਨੀ ਕਾਰਵਾਈ ਇਹਨਾਂ ਨੂੰ ਹੱਕ ਕੌਣ ਦਿੰਦਾ ਸੀ? ਪਰ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਵਿੱਚ ਹੋਈਆਂ। ਇਹਦੇ ਤੇ ਹੀ ਕੰਵਰ ਸੰਧੂ ਦਾ ਇੱਕ ਮਤਲਬ ਇੰਡੀਆ ਟੂਡੇ ਦਾ ਵੀ ਆਰਟੀਕਲ ਹੈ ਕਿ ਇਹਨਾਂ ਨੇ SSP ਦੇ ਤੌਰ ਤੇ ਮਤਲਬ ਸਿੱਖਾਂ ਨੂੰ ਬਹੁਤ ਹਥਿਆਰ ਵੰਡੇ, ਔਰ ਉਹ ਹਥਿਆਰ ਬਾਅਦ ਵਿੱਚ ਅੱਤਵਾਦ ਦੀ ਮੂਵਮੈਂਟ ਵਿੱਚ ਵਰਤੇ ਗਏ। ਜਦੋਂ ਇਹਨਾਂ ਨੂੰ ਪੁੱਛਿਆ, ਇਹ ਕਹਿੰਦਾ ਜੀ ਉਹ ਬਹਾਦਰ ਹੁੰਦੇ ਨੇ, ਮਤਲਬ ਉਹ ਅੰਮ੍ਰਿਤਧਾਰੀਆਂ ਨੂੰ ਮੈਂ ਦੇ ਦਿੱਤੇ ਕਿਉਂਕਿ ਅੰਮ੍ਰਿਤ ਪਰਨ ਤੋਂ ਬਾਅਦ ਤੋਂ ਸ਼ੇਰ ਬਣ ਜਾਂਦੇ। ਜਿੱਦਾਂ ਹੁਣ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨਾ, ਉਹ ਪਹਿਲਾਂ ਆਪਣੀ ਸਿੱਖੀ ਦੀ ਜਸਟੀਫਾਈ ਕਰ ਲੈਣ। तो प्रोफेसर जगमोहन जिक्र तो कर ही रहे ने उस जो दावा किया गया किताब दे विच, पर इस तो इलावा भी होर बड़े बयान उन्होंने वालों सिमरनजीत मान होरां नूं दिते जा रहे ने लैके। सो सीधा चलदे हैं मेरे सहयोगी पंकज कपाही ने, तो दूसरे पासे मुक्तसर साहब तो अशफाक डुडी ने। पंकज तुहाडा भी रुख करांगे, पर अशफाक तुहाडा पहला रुख करना चाहांगे और जिक्र करना चाहांगे गुरुद्वारे साहब दा। हालांकि ये भी असीं दर्शकां नूं दस दईए कि उस वेले फरीदकोट दे विच गुरुद्वारा सी, पर बाद दे विच मुक्तसर साहिब जिला दे विच इह गुरुद्वारा साहिब हुण आउंदे ने। इस वेले दी गल करिए अशफाक, जिक्र करदे हैं गुरुद्वारा साहिब दा गोलियां दे निशान 1 साल बाद तक वेखे गए सी। होर लोकां दी गल करिए, दसदे ने कि उस वेले की होया सी, ਤਾਂ ਇਸ ਤੋਂ ਇਲਾਵਾ ਕੀ ਕੁਝ ਹੋਰ ਤੁਹਾਡੇ ਕੋਲ ਜਾਣਕਾਰੀ, ਕਿਉਂਕਿ ਇਹ ਮੁੱਦਾ ਹੁਣ ਕਾਫੀ ਉੱਠਦਾ ਵੀ ਨਜ਼ਰ ਆ ਰਿਹਾ ਹੈ ਔਰ ਭਖਦਾ ਵੀ ਨਜ਼ਰ ਆ ਰਿਹਾ ਹੈ।
ਬਿਲਕੁਲ ਗੁਰਜੋਤ, ਮੁੱਦਾ ਬਹੁਤ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਜੋ ਗੁਰਦੁਆਰੇ ਦੀ ਗੱਲ ਕਰੀਏ, ਉਸ ਸਮੇਂ ਪਿੰਡ ਦੇ ਲੋਕਾਂ ਦੇ ਨਾਲ ਸਾਡੀ ਟੀਮ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਵੱਡ ਵਡੇਰਿਆਂ ਤੋਂ ਇਹ ਗੱਲਾਂ ਸੁਣੀਆਂ ਜ਼ਰੂਰ ਸੀ, ਪਰ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੁਖਤਾ ਸਬੂਤ ਨਹੀਂ ਸੀ ਕਿ ਵਾਕਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਲੇਕਿਨ 44 ਸਾਲ ਇਸ ਘਟਨਾ ਨੂੰ ਬੀਤ ਚੁੱਕੇ ਨੇ, ਜਿਸ ਦਾ ਜ਼ਿਕਰ ਸੀਨੀਅਰ ਪੱਤਰਕਾਰ BK ਚੁੰਮ ਦੀ ਕਿਤਾਬ ਦੇ ਵਿੱਚ ਜ਼ਿਕਰ ਹੈ ਤੇ ਜਿਸ ਦਾ ਜ਼ਿਕਰ ਪ੍ਰੋਫੈਸਰ ਜਗਮੋਹਨ ਸਿੰਘ ਦੇ ਵੱਲੋਂ ਵੀ ਹੁਣੇ ਸਾਡੇ ਟੀਵੀ ਸਕਰੀਨ ਤੇ ਉੱਤੇ ਕੀਤਾ ਗਿਆ। ਲੇਕਿਨ ਜੋ ਗੁਰਦੁਆਰੇ ਦੀ ਹੁਣ ਕੰਡੀਸ਼ਨ ਦਸੀਏ ਤਾਂ ਹੁਣ ਗੁਰਦੁਆਰੇ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਗੁਰਜੋਤ ਜੀ ਠੀਕ ਹੈ, ਅਸ਼ਫਾਕ ਤੁਹਾਡੇ ਕੋਲ ਵਾਪਸੀ ਕਰਾਂਗੇ। ਪੰਕਜ, ਮੁੱਦਾ ਬਹੁਤ ਹੀ ਅਹਿਮ ਇਸ ਵੇਲੇ ਨਜ਼ਰ ਆ ਰਿਹਾ ਹੈ, ਮੁੱਦਾ ਬਹੁਤ ਹੀ ਵੱਡਾ ਨਜ਼ਰ ਆ ਰਿਹਾ ਹੈ। ਹਾਲਾਂਕਿ ਕਿਸੇ ਤਰ੍ਹਾਂ ਦੇ ਕਿਸੇ ਕੋਲ ਕੋਈ ਪੁਖਤਾ ਸਬੂਤ ਕਹਿ ਲਈਏ ਉਹ ਨਹੀਂ ਹੈਗੇ, ਜਿਸ ਤਰ੍ਹਾਂ ਦੇ ਨਾਲ ਅਸ਼ਫਾਕ ਵੀ ਜ਼ਿਕਰ ਕਰ ਰਹੇ ਨੇ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈਗੇ। ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਨਹੀਂ ਪਤਾ ਉਸ ਵੇਲੇ ਹੋਇਆ ਕੀ ਸੀ, ਪਰ ਜੋ ਕਿਤਾਬ ਦੇ ਵਿੱਚ ਜ਼ਿਕਰ ਹੈ ਤਾਂ ਬਹੁਤ ਵੱਡਾ ਜ਼ਿਕਰ ਹੈ, ਬਹੁਤ ਅਹਿਮ ਜ਼ਿਕਰ ਮੰਨਿਆ ਜਾ ਰਿਹਾ ਹੈ। ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਇਸ ਅਹਿਮ ਮੁੱਦੇ ਨੂੰ ਲੈ ਕੇ, ਕਿਉਂਕਿ ਸਿਮਰਨਜੀਤ ਮਾਨ ਬੇਅਦ ਕਰਦੇ ਹੋਏ ਨਜ਼ਰ ਆ ਰਹੇ ਨੇ? ਦੇਖੋ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਮਸਲਾ ਇੰਨੇ ਸਾਲਾਂ ਬਾਅਦ ਕਿਉਂ ਉੱਠ ਰਿਹਾ ਹੈ। ਇਹ ਮਸਲਾ ਇਸ ਕਰਕੇ ਉੱਠ ਰਿਹਾ ਹੈ, ਜਦੋਂ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ। ਉਹਨਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ। ਉਹਨਾਂ ਨੇ ਭਗਤ ਸਿੰਘ ਦਾ ਕਹਿ ਦਿੱਤਾ ਕਿ ਅਗਰ ਅਸੈਂਬਲੀ ਦੇ ਵਿੱਚ ਤੁਸੀਂ ਬੰਬ ਸੱਟੋਗੇ, ਅਗਰ ਤੁਸੀਂ ਦੋ ਲੋਕਾਂ ਨੂੰ ਮਾਰੋਗੇ ਤਾਂ ਫਿਰ ਅੱਤਵਾਦੀ ਹੋਵੋਗੇ। ਪੂਰਾ ਮੁਲਕ ਜਿਹੜਾ ਵੈ ਉਹ ਭਗਤ ਸਿੰਘ ਨੂੰ ਸ਼ਹੀਦ ਆਜ਼ਮ ਦੇ ਨਾਮ ਤੋਂ ਜਾਣਦਾ ਹੈ। ਇਹ ਇਸ ਕਰਕੇ ਜਾਣਦਾ ਹੈ ਕਿਉਂਕਿ ਸ਼ਹੀਦ ਆਜ਼ਮ ਨੇ ਫਾਂਸੀ ਚੁਣੀ ਸੀਗੀ ਔਰ ਕੁਰਬਾਨੀ ਜਿਹੜੀ ਹੈ ਉਹ ਆਜ਼ਾਦੀ ਦੇ ਲਈ ਦਿੱਤੀ ਸੀ। ਲੇਕਿਨ ਸਿਮਰਨਜੀਤ ਸਿੰਘ ਦੇ ਮਾਨ ਨੇ ਪੰਜਾਬ ਦੀ ਸਿਆਸਤ ਹੀ ਨਹੀਂ ਬਲਕਿ ਪੂਰੇ ਮੁਲਕ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਔਰ ਇਸ ਵਜ੍ਹਾ ਕਰਕੇ ਸਿਮਰਨਜੀਤ ਸਿੰਘ ਮਾਨ ਦੇ ਉੱਤੇ FIR ਵੀ ਦਿੱਲੀ ਦੇ ਵਿੱਚ ਦਰਜ ਹੋ ਗਈ ਹੈ। ਦੂਜੇ ਪਾਸੇ ਹੁਣ ਸਿਮਰਨਜੀਤ ਸਿੰਘ ਮਾਨ ਦੇ ਕਰੈਕਟਰ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਅਗਰ ਬੈਕਗ੍ਰਾਉਂਡ ਦੇਖੀ ਜਾਵੇ ਤਾਂ ਉਸ ਵੇਲੇ ਇਹ ਮਸਲਾ ਉੱਠਿਆ, ਉਸ ਵੇਲੇ ਇਹ ਚਰਚਾ ਛਿੜੀ ਹੈ ਕਿ ਸਿਮਰਨਜੀਤ ਸਿੰਘ ਮਾਨ ਜੋ ਖੁਦ SSP ਸੀਗੇ ਔਰ SSP ਜਦੋਂ ਸੀਗੇ ਤਾਂ ਉਸ ਵੇਲੇ ਦਾ ਇੱਕ ਵਾਕਿਆ ਸੀਗਾ ਔਰ ਜ਼ਿਕਰ ਜਿਹੜੇ ਆ ਉਹ ਪੁਰਾਣੇ ਫੈਕਟ ਦੇ ਹਿਸਾਬ ਦੇ ਨਾਲ ਹੋਣਾ ਸ਼ੁਰੂ ਹੋ ਗਿਆ। ਫੋਰਮਰ IAS ਆਫੀਸਰ ਨੇ ਸਰਦਾਰ ਗੁਰਤੇਜ ਸਿੰਘ ਹੋਰੀ, ਉਹਨਾਂ ਨੇ ਵੀ ਜ਼ਿਕਰ ਕਰ ਦਿੱਤਾ। ਉਹਨਾਂ ਨੇ ਇਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵੀ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਨੇ SSP ਰਹਿੰਦਿਆਂ ਹੋਇਆ 2 ਨਿਹੰਗਾਂ ਦਾ ਐਨਕਾਊਂਟਰ ਕੀਤਾ ਸੀਗਾ। ਕਸਟਡੀ ਦੇ ਵਿੱਚ ਸੀਗੇ 2 ਉਹ ਸ਼ਖਸ ਔਰ ਆਪਣੀ ਸਰਵਿਸ ਰਿਵੋਲਵਰ ਦੇ ਨਾਲ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕੀਤਾ ਸੀਗਾ। ਤਾਂ ਇਹ ਇੱਕ ਨਵੀਂ ਚਰਚਾ ਜਿਹੜੀ ਉਹ ਛਿੜ ਗਈ ਕਿ ਸਿਮਰਨਜੀਤ ਸਿੰਘ ਮਾਨ ਨੇ ਅਗਰ ਖੁਦ ਇਸ ਤਰੀਕੇ ਦੇ ਨਾਲ ਕਤਲ ਕੀਤਾ ਹੋਵੇ, SSP ਰਹਿੰਦੇ ਇਸ ਤਰੀਕੇ ਨਾਲ ਖੁਦ ਹਥਿਆਰ ਵੀ ਮੁਹੱਈਆ ਕਰਵਾਏ ਹੋਣ ਤਾਂ ਉਹ ਕਿਸ ਤਰੀਕੇ ਨਾਲ ਸਵਾਲ ਜਿਹੜੇ ਆ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਤੇ ਚੱਕ ਸਕਦੇ ਨੇ। ਇਸ ਕਰਕੇ ਇਹ ਮੁੱਦਾ ਛਿੜ ਗਿਆ ਔਰ ਇਸੇ ਕਰਕੇ ਇਹ ਪੁਰਾਣੇ ਸਾਰੇ ਜਿਹੜੇ ਰਿਕਾਰਡ ਨੇ ਉਹ ਦੇਖੇ ਜਾ ਰਹੇ ਨੇ। ਔਰ ਇੰਨਾ ਹੀ ਨਹੀਂ, ਜਿਹੜੇ ਫੋਰਮਰ IAS ਆਫੀਸਰ ਨੇ ਸਰਦਾਰ ਗੁਰਤੇਜ ਸਿੰਘ ਹੋਰੀ, ਉਹਨਾਂ ਨੇ 2 ਚੀਜ਼ਾਂ ਦਾ ਹੋਰ ਜ਼ਿਕਰ ਕਰ ਦਿੱਤਾ। ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਉਸ ਵੇਲੇ ਜਦੋਂ ਅੱਤਵਾਦ ਦੀ ਮੂਵਮੈਂਟ ਸੀਗੀ, ਜਦੋਂ ਖਾੜਕੂਪਨ ਪੀਕ ਤੇ ਸੀਗਾ, ਤਾਂ ਉਸ ਵੇਲੇ ਚੀਫ ਜਸਟਿਸ ਆਫ ਇੰਡੀਆ ਨੂੰ ਸਿਮਰਨਜੀਤ ਸਿੰਘ ਮਾਨ ਨੇ ਇੱਕ ਚਿੱਠੀ ਲਿਖੀ ਸੀ। ਉਹ ਚਿੱਠੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀ ਕਿਤਾਬ ਦੇ ਵਿੱਚ ਉਹ ਚਿੱਠੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਉਸ ਵੇਲੇ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਸੀ। ਇਹ ਕਿਹਾ ਸੀ ਕਿ ਮੈਂ ਖਾੜਕੂਆਂ ਨੂੰ ਗੱਲਬਾਤ ਕਰਾਂਗਾ। ਇਹ ਇਸ ਤਰੀਕੇ ਦੇ ਹਵਾਲੇ ਜਿਹੜੇ ਉਹ ਦਿੱਤੇ ਗਏ। ਇੰਨਾ ਹੀ ਨਹੀਂ ਬਲਕਿ ਇੱਕ ਹੋਰ ਸਰਦਾਰ ਗੁਰਤੇਜ ਸਿੰਘ ਹੋਰਾਂ ਨੇ ਅਨੰਦਪੁਰ ਦਾ ਮਤਾ ਦਾ ਵੀ ਜ਼ਿਕਰ ਕਰ ਦਿੱਤਾ ਕਿ ਉੱਥੇ ਵੀ ਦਸਤਖਤ ਜਿਹੜੇ ਨੇ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਹੈਗੇ ਨੇ। ਤਾਂ ਇਸੇ ਵਜ੍ਹਾ ਕਰਕੇ ਚਰਚਾ ਜਿਹੜੀ ਹੈ ਉਹ ਗੁਰਤੇਜ ਇੱਕ ਵਾਰ ਫਿਰ ਤੋਂ ਛਿੜ ਗਈ ਔਰ ਜਿਹੜੇ ਪੁਰਾਣੇ ਉਸ ਵੇਲੇ ਦੇ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਸੀਗੇ ਜਾਂ ਉਸ ਵੇਲੇ ਜਿਹੜੇ ਕਿਤੇ ਨਾ ਕਿਤੇ ਨਾਲ ਜੁੜੇ ਹੋਏ ਸੀਗੇ, ਉਹਨਾਂ ਨੇ ਹੁਣ ਰਿਕਾਰਡ ਜਿਹੜੇ ਨੇ ਉਹ ਜਨਤਕ ਕਰਨੇ ਸ਼ੁਰੂ ਕਰ ਦਿੱਤੇ ਨੇ। ਗੁਰਤੇਜ ਬਿਲਕੁਲ ਪੰਕਜ, ਅਗਰ ਜ਼ਿਕਰ ਕੀਤਾ ਜਾਵੇ ਤਾਂ ਹੁਣ ਵਾਕਈ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਕਿਹਾ ਕਿ ਆਖਰਕਾਰ ਇਹ ਮੁੱਦਾ ਖੜਾ ਕਿਉਂ ਹੋਇਆ, ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਜੋ ਸਾਫ਼ ਹੋ ਚੁੱਕਿਆ ਹੈ। ਪਰ ਦੂਸਰਾ ਹੁਣ ਪੁਆਇੰਟ ਇਹ ਹੈ ਕਿ ਹੁਣ ਇੰਤਜ਼ਾਰ ਕਿਸ ਚੀਜ਼ ਦਾ? ਹੁਣ ਇੰਤਜ਼ਾਰ ਹੈ ਸਿਮਰਨਜੀਤ ਮਾਨ ਹੋਰਾਂ ਦੇ ਸਪਸ਼ਟੀਕਰਨ ਦਾ ਜਾਂ ਉਹਨਾਂ ਦੇ ਬੇਟੇ ਕੀ ਕਹਿੰਦੇ ਨੇ, ਉਹਨਾਂ ਦੇ ਪਰਿਵਾਰ ਇਸ ਤੇ ਕੀ ਕਹਿੰਦਾ ਹੈ? ਕਿਉਂਕਿ ਅਸਲ ਦੇ ਵਿੱਚ ਤਾਂ ਉਹੀਓ ਦੱਸ ਸਕਦੇ ਨੇ ਕਿ ਆਖਰਕਾਰ ਉੱਥੇ ਹੋਇਆ ਕੀ ਸੀ ਜਾਂ ਉਹ ਇਸ ਤੇ ਕੀ ਕਹਿਣਾ ਚਾਹੁੰਦੇ ਨੇ। ਕੀ ਲੱਗਦਾ ਹੈ ਜੇਕਰ ਤੁਹਾਡੇ ਤਜਰਬੇ ਦੇ ਮੁਤਾਬਿਕ ਗੱਲ ਕਰੀਏ ਕਿ ਇੱਕ ਮੁੱਦਾ ਆਇਆ ਹੈ, ਜ਼ਿਕਰ ਹੋਇਆ, ਜੋ ਪਿੱਛੇ ਹੋਇਆ ਉਹ ਆ ਕੇ ਹੁਣ ਚਰਚਾ ਦਾ ਵਿਸ਼ਾ ਬਣਿਆ ਤਾਂ ਚਲਾ ਜਾਏਗਾ ਜਾਂ ਫਿਰ ਇਸ ਨੂੰ ਲੈ ਕੇ ਕੁਝ ਹੋਰ ਅੱਗੇ? ਪੰਕਜ ਦੇਖੋ, ਸਿਮਰਨਜੀਤ ਸਿੰਘ ਮਾਨ ਸ਼ੁਰੂ ਤੋਂ ਹੀ ਕੰਟਰੋਵਰਸੀ ਦੇ ਨਾਲ ਜੁੜੇ ਰਹੇ ਨੇ। ਅਕਸਰ ਉਹਨਾਂ ਦੇ ਬਿਆਨ ਕੰਟਰੋਵਰਸੀ ਖੜੀ ਕਰਦੇ ਨੇ, ਲੇਕਿਨ ਸਿਮਰਨਜੀਤ ਸਿੰਘ ਮਾਨ ਚਾਹੇ
ਖਾਲਿਸਤਾਨ ਦਾ ਮੁੱਦਾ ਹੋਵੇ ਆਪਣਾ ਸਟੈਂਡ ਕਲੀਅਰ ਕਰਦੇ ਨੇ। ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਤੇ ਦਿੱਤੇ ਹੋਏ ਬਿਆਨ ਨੂੰ ਗੱਲ ਕੀਤੀ ਜਾਵੇ। ਅਜਿਹਾ ਕਈ ਵਾਰ ਹੁੰਦਾ ਹੈ ਕਿ ਕੋਈ ਲੀਡਰ ਇੱਕ ਵਾਰ ਬਿਆਨ ਦੇ ਦਿੰਦਾ, ਬਾਅਦ 'ਚ ਸਫਾਈ ਦੇ ਦਿੰਦਾ ਹੈ ਕਿ ਮੇਰੇ ਕੋਲ ਅਣਜਾਣੇ 'ਚ ਬਿਆਨ ਦਿੱਤਾ ਗਿਆ, ਲੇਕਿਨ ਸਿਮਰਨਜੀਤ ਸਿੰਘ ਮਾਨ ਨੇ ਜਸਟੀਫਾਈ ਕੀਤਾ ਹੈ ਭਗਤ ਸਿੰਘ ਨੂੰ ਲੈ ਕੇ ਕਿ ਮੈਂ ਤਾਂ ਅੱਤਵਾਦੀ ਮੰਨਦਾ ਹਾਂ। ਉਹਨਾਂ ਨੇ ਜਸਟੀਫਾਈ ਆਪਣੇ ਨਾਨੇ ਨੂੰ ਵੀ ਕੀਤਾ ਹੈ ਕਿ ਉਹਨਾਂ ਦੇ ਨਾਨੇ ਨੇ ਜਿਹੜਾ ਉਸ ਵੇਲੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ, ਉਹ ਕਿਉਂ ਦਿੱਤਾ ਸੀ, ਉਸ ਨੂੰ ਵੀ ਜਸਟੀਫਾਈ ਕੀਤਾ ਹੈ। ਇਸ ਗੱਲ ਦਾ ਜ਼ਿਕਰ ਵੀ ਸਰਤਾਜ ਗੁਰਤੇਜ ਸਿੰਘ ਹੋਰਾਂ ਨੇ ਕੀਤਾ। ਉਹ ਕਹਿੰਦੇ ਕਿ ਅੱਜ ਤੋਂ 20-22 ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਗੱਦਾਰਾਂ ਦੀ ਲਿਸਟ ਬਣਾਈ ਸੀ, ਉਸ ਦੇ ਵਿੱਚ ਆਪਣੇ ਨਾਨੇ ਦਾ ਨਾਮ ਵੀ ਲਿਖਿਆ ਸੀਗਾ, ਲੇਕਿਨ ਅੱਜ ਉਹ ਆਪਣੇ ਬਿਆਨ ਨੂੰ ਇਸ ਤਰੀਕੇ ਨਾਲ ਕਹਿ ਰਹੇ ਹੈ। ਹੁਣ ਸਭ ਤੋਂ ਵੱਡੀ ਸਵਾਲ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਉਹ ਐਸਐਸਪੀ ਸੀਗੇ, ਕਿਉਂ ਉਹਨਾਂ ਨੇ ਫਾਇਰ ਕਰਕੇ 2 ਸ਼ਖਸ ਨੂੰ ਮਾਰਿਆ ਜਾਂ ਨਹੀਂ ਮਾਰਿਆ, ਜਾਂ ਫਿਰ ਕਿਉਂ ਉਹਨਾਂ ਦੇ ਨਾਲ ਚਰਚਾ ਛੁੜੀ ਔਰ ਕੀ ਵਾਕਈ ਜਿਹੜੀ ਸਰਵਿਸ ਰਿਵੋਲਵਰ ਸੀਗੀ ਉਸ ਦੇ ਨਾਲ ਮਾਰਿਆ। ਕਿਉਂਕਿ ਸਰਤਾਜ ਗੁਰਤੇਜ ਸਿੰਘ ਹੋਰੀ ਤਾਂ ਇਸ ਗੱਲ ਦਾ ਜ਼ਿਕਰ ਵੀ ਕਰਦੇ ਨੇ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਇਸ ਤਰੀਕੇ ਨਾਲ, ਅਗਰ ਕਸਟਡੀ ਦੇ ਵਿੱਚ ਸੀਗੇ, ਨਾ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਨਾ ਫਰਾਰ ਹੋ ਰਹੇ ਸੀਗੇ, ਅਗਰ ਤੁਹਾਡੀ ਕਸਟਡੀ ਸੀਗੇ ਫਿਰ ਕਿਉਂ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰਿਆ ਗਿਆ, ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਜਰਨੈਲ ਹਾਂ ਔਰ ਜਰਨੈਲ ਦੇ ਅੱਖਾਂ ਦੇ ਵਿੱਚ ਖੂਨ ਉਸ ਵੇਲੇ ਉਤਰ ਆਇਆ ਸੀਗਾ, ਇਸ ਕਰਕੇ ਜਿਹੜਾ ਉਹਨਾਂ ਦੋਹਾਂ ਦਾ ਜਿਹੜਾ ਵਾ ਐਨਕਾਊਂਟਰ ਕੀਤਾ ਸੀਗਾ। ਇਸ ਤਰੀਕੇ ਦਾ ਜ਼ਿਕਰ ਜਿਹੜਾ ਵਾ ਉਹ ਸਰਦਾਰ ਗੁਰਤੇਜ ਸਿੰਘ ਆਪਣੇ ਹਵਾਲੇ ਤੋਂ ਦਿੰਦੇ ਹੋਏ ਨਜ਼ਰ ਆਏ ਨੇ। ਗੁਰਜੋਤ ਜੀ।